हाँ जी थर्ड बुक स्टार्ट करनी है। उसका नाम वाइब्रेशन ते वेव्स ਤੇ ਉਸਦਾ ਫਰਸਟ ਚੈਪਟਰ ਹੈਗਾ ਕਪਲਡ ਔਸੀਲੇਟਰ। ਹੁਣ ਇਸ ਦੇ ਵਿੱਚ ਕੀ ਹੈ, ਦੋ ਤੋਂ ਜ਼ਿਆਦਾ ਆਪਣੇ ਕੋਲ ਔਸੀਲੇਟਿੰਗ ਸਿਸਟਮ ਹੈ। ਉਹਨਾਂ ਨੂੰ ਆਪਾਂ ਕੀ ਕਰਨਾ ਹੈ, ਉਹਨਾਂ ਦੀ ਜਿਹੜੀ ਐਨਰਜੀ ਹੈ ਉਹ ਕੀ ਹੋਏਗੀ, ਐਕਸਚੇਂਜ ਹੋਏਗੀ। ਇਹ ਐਨਰਜੀ ਐਕਸਚੇਂਜ ਹੋਣ ਨੂੰ ਆਪਾਂ ਕੀ ਕਹਾਂਗੇ ਵੀ ਆਪਣੇ ਜਿਹੜੇ ਔਸੀਲੇਟਰ ਆ ਉਹ ਕੀ ਹੋ ਗਏ, ਕਪਲਡ ਹੋ ਗਏ। ਉਹਨਾਂ ਨੂੰ ਆਪਾਂ ਕਹਾਂਗੇ ਕਪਲਡ ਔਸੀਲੇਟਰ। अगर आप एग्जाम्पल की गल करिए, सपोज दो मासिस है M1 ते M2, दो मासिस है। पहला स्प्रिंग S1 है तो लास्ट वाला स्प्रिंग S3 है। ये दोनों मासिस आपस दे विच कपल्ड किते हुए है विद स्प्रिंग S2 दे नाल। दैट मीनस ये दोनों स्प्रिंग आपस च की है, कपल्ड। हुण ये दो पेंडुलम है, दो पेंडुलम ਨੂੰ ਇੱਕ ਤਾਂ ਆਪਾਂ ਸਟ੍ਰਿੰਗ ਦੇ ਨਾਲ ਜੋੜਿਆ ਹੋਇਆ ਤੇ ਇੱਕ ਤੁਹਾਡੇ ਕੋਲ ਕੀ ਹੈ, ਸਪਰਿੰਗ ਦੇ ਨਾਲ ਜੋੜਿਆ। ਦੈਟ ਮੀਨਸ ਦੋਨੋਂ ਜਿਹੜੇ ਆਪਣੇ ਪੈਂਡੂਲਮ ਹੈਗੇ ਆ ਉਹ ਕਪਲਡ ਹੈ। ਨੈਕਸਟ ਹੈਗਾ ਸਟਿਫਨੈਸ ਕਪਲਡ। ਉਸ ਤੋਂ ਪਹਿਲਾਂ ਹੈਗਾ ਡਰਾਈਵਿੰਗ ਐਂਡ ਡਰਾਈਵਨ ਸਿਸਟਮ। ਹੁਣ ਇੱਕ ਤਾਂ ਦੋ ਸਿਸਟਮ ਹੈ ਆਪਣੇ ਕੋਲੇ, ਦੋਨੋਂ ਜਿਹੜੇ ਸਿਸਟਮ ਹੈ ਕਪਲਡ ਹੈ ਆਪਸ ਦੇ ਵਿੱਚ। ਤਾਂ ਇੱਕ ਕੀ ਕਰੇਗਾ, ਇੱਕ ਉਸ ਨੂੰ ਚਲਾਉਣ ਦੀ ਕੋਸ਼ਿਸ਼ ਕਰੇਗਾ, ठीक है, ड्राइविंग होएगा सिस्टम, तो दूजा सिस्टम की होएगा ड्राइवन सिस्टम होएगा। उस तो बाद हैगा स्टिफनेस कपल्ड सिंपल पेंडुलम। हुण इस दे विच अपने कोले दो आइडेंटिकल सिंपल पेंडुलम हैगे है, P1 ते P2। दोनों का मास सेम है, दोनों अपने कोले एक जिहड़ी लेंथ L है स्ट्रिंग उस दे नाल अटैच कीते हुए है। ਹੁਣ ਆਪਣੇ ਕੋਲ ਇਹ ਵਾਲੇ ਜਿਹੜੇ ਦੋ ਸਿੰਪਲ ਪੈਂਡੂਲਮ ਹੈ, ਦੈਟ ਮੀਨਸ ਇਹ ਕਪਲਡ ਸਿਸਟਮ ਹੈ। ਇੱਕ ਕਪਲਡ ਸਿਸਟਮ ਪਹਿਲਾਂ ਤਾਂ ਆਪਣੇ ਕੋਲ ਇਕੁਇਲਿਬਰੀਅਮ ਪੋਜੀਸ਼ਨ ਦੇ ਵਿੱਚ ਹੈ। ਜਦੋਂ ਇਹਨਾਂ ਨੇ ਔਸੀਲੇਟਿੰਗ ਸਟਾਰਟ ਕੀਤੀ ਤਾਂ ਇਹਨਾਂ ਦਾ ਕੀ ਹੋਏਗਾ, ਡਿਸਪਲੇਸਮੈਂਟ ਹੋਏਗਾ। ਪੈਂਡੂਲਮ P1 ਤੇ P2 ਦਾ ਡਿਸਪਲੇਸਮੈਂਟ ਕਿਵੇਂ ਹੋਇਆ ਵੀ P1 ਆਪਣੀ ਐਕਸ ਜਿਹੜੀ ਪੋਜੀਸ਼ਨ ਹੈ, ਐਕਸ ਡਿਸਟੈਂਸ ਉਸਨੇ ਕਵਰ ਕੀਤਾ, ਐਕਸ ਡਿਸਪਲੇਸਮੈਂਟ ਹੋਈ। P2 ਦੀ ਆਪਣੇ ਕੋਲ ਡਿਸਪਲੇਸਮੈਂਟ ਕਿੰਨੀ ਹੋਈ, ਵਾਈ ਡਿਸਪਲੇਸਮੈਂਟ ਹੋਈ। ਤਾਂ ਇੱਥੇ ਦੋ ਤਰ੍ਹਾਂ ਦੀਆਂ ਜਿਹੜੀਆਂ ਫੋਰਸਿਸ ਆ ਉਹ ਐਕਟ ਹੋਣਗੀਆਂ। ਪਹਿਲੀ ਤਾਂ ਹੈਗੀ ਰੀਸਟੋਰਿੰਗ ਫੋਰਸ ਡਿਊ ਟੂ ਵੇਟ ਦੇ ਕਾਰਨ, ਠੀਕ ਹੈ, ਜਿੰਨਾ ਵੇਟ ਹੈ ਆਪਣੇ ਕੋਲੇ। ਹੁਣ ਸਪੋਜ਼ ਆਪਾਂ ਇੱਕ ਪੈਂਡੂਲਮ ਦੀ ਇੱਥੇ ਗੱਲ ਕਰਕੇ ਚੱਲਾਂਗੇ। ਪਹਿਲਾ ਪੈਂਡੂਲਮ ਹੈਗਾ P1 ਅਤੇ ਉਹ ਡਿਸਪਲੇਸਮੈਂਟ ਹੈਗੀ X। ਤਾਂ P1 ਪੈਂਡੂਲਮ ਦੀ ਡਿਸਪਲੇਸਮੈਂਟ ਹੈ, ਵੇਟ ਕਿੰਨਾ ਹੈਗਾ ਉਸਦਾ, mg ਹੋਏਗਾ। ਮਾਸ m ਹੈ ਤਾਂ ਵੇਟ ਕਿੰਨਾ ਹੈ ਆਪਣੇ ਕੋਲ, mg ਹੋਏਗਾ। ਵੇਟ ਜਿਹੜਾ mg ਡਾਊਨਵਰਡ ਐਕਟ ਕਰ ਰਿਹਾ ਉਸਨੂੰ ਦੋ ਕੰਪੋਨੈਂਟ ਦੇ ਵਿੱਚ ਆਪਾਂ ਡਿਵਾਈਡ ਕਰਾਂਗੇ। ਇੱਕ ਤਾਂ ਆਏਗਾ mg cos ਆਫ ਥੀਟਾ ਤੇ ਇੱਕ ਆਏਗਾ mg sin ਆਫ ਥੀਟਾ। ਅਤੇ ਥੀਟਾ ਕੀ ਹੈ, ਐਂਗਲ ਬਿਟਵੀਨ ਦਾ ਸਟਰਿੰਗ ਇਨ ਦਾ ਡਿਸਪਲੇਸਡ ਪੋਜੀਸ਼ਨ ਵਿਦ ਇਕੁਇਲਿਬਰੀਅਮ ਪੋਜੀਸ਼ਨ ਦੇ ਨਾਲ। mg cos ਥੀਟਾ ਹੈਗਾ ਜਿਹੜਾ ਉਹ ਬੈਲੈਂਸ ਹੋਏਗਾ ਟੈਂਸ਼ਨ ਦੇ ਨਾਲ, ਠੀਕ ਹੈ। ਤਾਂ ਫਿਰ ਆਪਣੇ ਕੋਲ ਕੀ ਹੈ, ਸੈਕਿੰਡ ਜਿਹੜਾ ਹੈਗਾ mg ਸਾਈਨ ਆਫ ਥੀਟਾ ਉਹ ਐਕਟ ਕਰੇਗਾ ਰੀਸਟੋਰਿੰਗ ਫੋਰਸ ਦੀ ਤਰ੍ਹਾਂ। ਅਤੇ ਰੀਸਟੋਰਿੰਗ ਫੋਰਸ ਡਿਊ ਟੂ ਵੇਟ ਦੇ ਕਾਰਨ ਆਪਣੇ ਕੋਲ ਕਿੰਨੀ ਆਏਗੀ, ਮਾਈਨਸ mg ਸਾਈਨ ਥੀਟਾ। ਮਾਈਨਸ mg ਕਿਉਂ ਲਿਖਿਆ, ਬਿਕੋਜ਼ ਜਿਹੜੀ ਰੀਸਟੋਰਿੰਗ ਫੋਰਸ ਹੈ ਉਹ ਅਪੋਜ਼ਿਟ ਲੱਗ ਰਹੀ ਹੈ ਡਿਸਪਲੇਸਮੈਂਟ ਦੀ। ਹੁਣ ਸਾਈਨ ਥੀਟਾ ਦੀ ਜਿਹੜੀ ਵੈਲਿਊ ਆਪਾਂ ਉਹ ਕੈਲਕੂਲੇਟ ਕਰ ਸਕਦੇ ਹੋ, ਕਿੰਨੀ ਆ ਜਾਏਗੀ। ਆਹ ਵਾਲਾ ਡਿਸਟੈਂਸ ਹੈਗਾ x ਅਤੇ ਇਹ ਹੈਗੀ l, ਤਾਂ x upon l ਸਾਈਨ ਤਾਂ ਰੀਸਟੋਰਿੰਗ ਫੋਰਸ ਦੀ ਵੈਲਿਊ ਆ ਜਾਏਗੀ ਮਾਈਨਸ mg x upon l। ਅਗਰ ਆਪਾਂ ਹੁਣ ਇੱਥੇ P2 ਪੈਂਡੂਲਮ ਲੈ ਕੇ ਚੱਲੀਏ ਤੇ ਡਿਸਪਲੇਸਮੈਂਟ ਕਿੰਨੀ ਹੈਗੀ ਹੈ, y ਡਿਸਪਲੇਸਮੈਂਟ ਹੈ, ਤਾਂ ਵੈਲਿਊ ਆ ਜਾਏਗੀ ਮਾਈਨਸ mg y upon l। ਸੈਕਿੰਡ ਜਿਹੜੀ ਰੀਸਟੋਰਿੰਗ ਫੋਰਸ ਹੈ ਡਿਊ ਟੂ ਇਲਾਸਟੀਸਿਟੀ ਆਫ ਦਾ ਸਪਰਿੰਗ, ਸਪਰਿੰਗ ਦੀ ਇਲਾਸਟੀਸਿਟੀ ਦੇ ਕਾਰਨ ਹੈ। ਹੁਣ ਇੱਥੇ ਜਿਹੜਾ ਸਪਰਿੰਗ ਸਟ੍ਰੈਚ ਹੋਇਆ ਜਾਂ ਕੰਪਰੈਸ ਹੋਇਆ, ਜਾਂ ਤਾਂ ਆਪਣੇ ਕੋਲ ਜਿਹੜਾ ਸਪਰਿੰਗ ਲੱਗਿਆ ਉਹ ਕੀ ਹੋਏਗਾ, ਸਟ੍ਰੈਚ ਹੋਏਗਾ, ਜਾਂ ਆਪਣੇ ਕੋਲ ਕੀ ਹੋਏਗਾ, ਕੰਪਰੈਸ ਹੋਏਗਾ। ਮਤਲਬ ਉਸਦੀ ਜਿਹੜੀ ਲੈਂਥ ਹੈ ਉਹ ਕਿੰਨੀ ਚੇਂਜ ਹੋਏਗੀ, x ਮਾਈਨਸ y ਦੇ ਨਾਲ, ਠੀਕ ਹੈ। ਚੇਂਜ ਇਨ ਲੈਂਥ ਆਫ ਸਪਰਿੰਗ ਜਦੋਂ ਆਪਣੀ ਜਿਹੜੀ P1 ਲੋਕੇਸ਼ਨ ਹੈ, ਠੀਕ ਹੈ, ਤਾਂ ਉਸ ਨੂੰ ਆਪਾਂ ਕੀ ਲਿਖਾਂਗੇ, y ਮਾਈਨਸ x ਲਿਖਾਂਗੇ। ਜਦੋਂ P2 ਪੋਜੀਸ਼ਨ ਹੈ ਉਦੋਂ ਕੀ ਲਿਖਾਂਗੇ ਆਪਾਂ, x ਮਾਈਨਸ y। ਤਾਂ ਇਲਾਸਟੀਸਿਟੀ ਦੇ ਕਾਰਨ ਉੱਥੇ ਜਿਹੜਾ ਰੀਸਟੋਰਿੰਗ ਫੋਰਸ ਲੱਗੇਗੀ P1 ਦੇ ਉੱਪਰੋਂ ਆਏਗੀ ਮਾਈਨਸ s ਇੰਟੂ x ਮਾਈਨਸ y, ਅਤੇ ਸੈਕਿੰਡ ਮਾਸ ਦੇ ਉੱਪਰ ਆਏਗੀ y ਮਾਈਨਸ x। ਤਾਂ ਦੋ ਫੋਰਸਿਸ ਲੱਗ ਗਈਆਂ। ਤਾਂ ਟੋਟਲ ਇਹ ਜਿਹੜੀਆਂ ਦੋ ਫੋਰਸਿਸ ਹੈ ਕਿਸ ਦੇ ਇਕੁਅਲ ਹੈਗੀਆਂ ਆਪਣੇ ਕੋਲੇ, ਅਕੋਰਡਿੰਗ ਟੂ ਨਿਊਟਨਸ ਦਾ ਸੈਕਿੰਡ ਲਾਅ, ਮਾਸ ਇੰਟੂ ਐਕਸਲਰੇਸ਼ਨ ਦੇ। ਦੈਟ ਮੀਨਸ ਅਗਰ ਆਪਾਂ P1 ਦੀ ਗੱਲ ਕਰੀਏ ਤਾਂ ਉੱਥੇ ਡਿਸਪਲੇਸਮੈਂਟ ਕਿੰਨੀ ਹੈ, x ਹੈ, ਤਾਂ ਆਪਾਂ ਲਿਖਾਂਗੇ m d ਸਕੇਅਰ x upon dt ਸਕੇਅਰ ਮਾਈਨਸ mg x upon l ਮਾਈਨਸ s ਇੰਟੂ x ਮਾਈਨਸ y।
P2 ਪੈਂਡੂਲਮ ਦੇ ਲਈ ਆਪਾਂ ਲਿਖਾਂਗੇ m d ਸਕੁਅਰ y upon dt ਸਕੁਅਰ इज इक्वल टू माइनस mg y upon l माइनस s इंटू y माइनस x। दोनों इक्वेशनस ਦੇ ਵਿੱਚ ਆਪਾਂ m ਦੇ ਨਾਲ ਡਿਵਾਈਡ ਕਰਾਂਗੇ, ਦੈਨ ਦੋਨੋਂ ਇਕੁਏਸ਼ਨਸ ਨੂੰ ਇਸ ਤਰੀਕੇ ਨਾਲ ਲਿਖ ਸਕਦੇ ਹਾਂ। ਉਸ ਤੋਂ ਬਾਅਦ ਇੱਕ ਵਾਰੀ ਇਹਨਾਂ ਦੀ ਐਡਿੰਗ ਕਰਨੀ ਹੈ ਇਕੁਏਸ਼ਨਸ ਦੀ, ਇੱਕ ਵਾਰੀ ਆਪਾਂ ਸਬਟਰੈਕਸ਼ਨ ਕਰਾਂਗੇ। ਐਡਿੰਗ ਕਰਨ ਦੇ ਨਾਲ ਇਹ ਵਾਲੀ ਇਕੁਏਸ਼ਨ ਬਣ ਰਹੀ ਹੈ, ਸਬਟਰੈਕਸ਼ਨ ਦੇ ਨਾਲ ਇਹ ਵਾਲੀ ਇਕੁਏਸ਼ਨ ਬਣ ਰਹੀ ਹੈ। ਤਾਂ ਇੱਥੇ ਕੀ ਹੈ, ਸਮੋਲ x ਪਲੱਸ ਸਮੋਲ y, ਇਸ ਨੂੰ ਕੈਪੀਟਲ x ਲਿਖਾਂਗੇ, ਸਮੋਲ x ਮਾਈਨਸ ਸਮੋਲ y ਨੂੰ ਆਪਾਂ ਕੈਪੀਟਲ y ਲਿਖਾਂਗੇ। ਮਾਈਨਸ g upon l ਹੈ ਜਾਂ ਸਿੰਪਲ g upon l ਨੂੰ ਆਪਾਂ ਓਮੇਗਾ ਸਕੁਅਰ 1 ਪੁੱਟ ਕਰਾਂਗੇ, ਅਤੇ g upon l ਪਲੱਸ 2s upon m ਨੂੰ ਆਪਾਂ ਕੀ ਲਿਖਾਂਗੇ, ਓਮੇਗਾ 2 ਦੀ ਸਕੁਅਰ ਪੁੱਟ ਕਰਾਂਗੇ। ਤਾਂ ਡੀ ਸਕੁਅਰ ਐਕਸ ਅਪੋਨ ਡੀ ਟੀ ਸਕੁਅਰ ਮਾਈਨਸ ਓਮੇਗਾ ਸਕੁਅਰ ਐਕਸ ਅਤੇ ਡੀ ਸਕੁਅਰ ਵਾਈ ਅਪੋਨ ਡੀ ਟੀ ਸਕੁਅਰ ਇਜ਼ ਇਕਵਲਸ ਟੂ ਮਾਈਨਸ ਓਮੇਗਾ 2 ਸਕੁਅਰ ਵਾਈ ਬਣ ਗਈ। ਤਾਂ ਦੋ ਇਕੁਏਸ਼ਨਸ ਬਣ ਗਈਆਂ। ਦੋਨਾਂ ਦੇ ਵਿੱਚ ਇੱਕ ਦਾ ਫ੍ਰੀਕੁਐਂਸੀ ਆਪਣੇ ਕੋਲ ਓਮੇਗਾ 1 ਹੈ ਅਤੇ ਸੈਕਿੰਡ ਦੀ ਫ੍ਰੀਕੁਐਂਸੀ ਕਿੰਨੀ ਹੈਗੀ ਹੈ, ਓਮੇਗਾ 2 ਹੈ। ਤਾਂ ਇਹ ਇਕੁਏਸ਼ਨਸ ਨੂੰ ਆਪਾਂ ਕਹਾਂਗੇ ਇਕੁਏਸ਼ਨਸ ਆਫ ਮੋਸ਼ਨ ਆਫ ਕਪਲਡ ਸਿਸਟਮ। ਉਸ ਤੋਂ ਬਾਅਦ ਹੈਗੇ ਆ ਨੋਰਮਲ ਕੋਆਰਡੀਨੇਟ, ਮੋਡਸ ਐਂਡ ਫ੍ਰੀਕੁਐਂਸੀ। ਪਹਿਲਾਂ ਤਾਂ ਆਪਾਂ ਦੋ ਵੇਰੀਏਬਲ ਇੱਥੇ ਪੁੱਟ ਕਰੇ ਆ, ਕੈਪੀਟਲ ਐਕਸ ਅਤੇ ਕੈਪੀਟਲ ਵਾਈ। ਇਹ ਜਿਹੜੇ ਦੋਨੋਂ ਡਿਪੈਂਡੈਂਟ ਵੇਰੀਏਬਲ ਹੈ ਇਹਨਾਂ ਨੂੰ ਕੀ ਕਹਾਂਗੇ, ਨੋਰਮਲ ਕੋਆਰਡੀਨੇਟ, ਜਾਂ ਇਸ ਨੂੰ ਆਪਾਂ ਡਿਫਾਈਨ ਕਰਾਂਗੇ ਉਹ ਵਾਲੇ ਪੈਰਾਮੀਟਰ ਜਿਸ ਦੇ ਨਾਲ ਹਾਰਮੋਨਿਕ ਜਿਹੜੀ ਔਸੀਲੇਸ਼ਨ ਹੈਗੀ ਹੈ ਕਪਲਡ ਸਿਸਟਮ ਦੀ, ਉਸ ਨੂੰ ਆਪਾਂ ਕੀ ਕਰ ਸਕਦੇ ਹਾਂ, ਡਿਸਕ੍ਰਾਈਬ ਕਰ ਸਕਦੇ ਹਾਂ ਸੈੱਟ ਆਫ ਲੀਨੀਅਰ ਡਿਫਰੈਂਸ਼ੀਅਲ ਇਕੁਏਸ਼ਨਸ ਦੇ ਵਿੱਚ। ਮੋਡਸ ਦੀ ਗੱਲ ਕਰੀਏ ਤਾਂ ਮੋਡਸ ਕੀ ਹੈ, ਤਾਂ ਜਿਹੜੇ ਹਾਰਮੋਨਿਕ ਮੋਡਸ ਹੈਗੇ ਹੈ ਜਾਂ ਆਪਣੇ ਕੋਲ ਮੈਨਰ ਆਫ ਔਸੀਲੇਸ਼ਨ ਹੈਗਾ ਕਪਲਡ ਔਸੀਲੇਟਰ ਦਾ, ਉਸ ਨੂੰ ਆਪਾਂ ਕਹਾਂਗੇ ਮੋਡਸ। ਠੀਕ ਹੈ, ਹਰ ਇੱਕ ਜਿਹੜਾ ਮੋਡ ਹੈ ਉਸ ਦੀ ਇੱਕ ਕਰੈਕਟਰਿਸਟਿਕ ਫ੍ਰੀਕੁਐਂਸੀ ਹੋਏਗੀ, ਉਸ ਫ੍ਰੀਕੁਐਂਸੀ ਨੂੰ ਆਪਾਂ ਕਹਾਂਗੇ ਨਾਰਮਲ ਮੋਡ ਫ੍ਰੀਕੁਐਂਸੀ। ਨੈਕਸਟ ਹੈਗਾ ਇਨ ਫੇਜ਼ ਐਂਡ ਆਊਟ ਆਫ ਫੇਜ਼ ਮੋਡ। ਇਸ ਦੇ ਵਿੱਚ ਕੀ ਹੈ, ਹੁਣ ਸਪੋਜ਼ ਆਪਣੇ ਕੋਲ ਕਪਲਡ ਸਿਸਟਮ ਹੈ, ਇੱਕ ਟਾਈਮ ਦੇ ਉੱਪਰ ਐਟ ਅ ਟਾਈਮ ਉਹ ਜਾਂ ਤਾਂ ਕੀ ਹੈ ਐਕਸ ਮੋਡ ਐਗਜ਼ੀਕਿਊਟ ਕਰੇਗਾ ਜਾਂ ਆਪਣੇ ਕੋਲ ਕੈਪੀਟਲ ਵਾਈ ਮੋਡ ਐਗਜ਼ੀਕਿਊਟ ਕਰੇਗਾ। ਤਾਂ ਇਹ ਵਾਲੇ ਦੋਨੋਂ ਮੋਡਸ ਨੂੰ ਆਪਾਂ ਦੋ ਨਾਰਮਲ ਮੋਡ ਲੈ ਕੇ ਚੱਲ ਪਏ। ਸਪੋਜ਼ ਜਦੋਂ ਐਕਸ ਮੋਡ ਐਗਜ਼ੀਕਿਊਟ ਕਰ ਰਹੀ ਹੈ, ਵਾਈ ਮੋਡ ਕੀ ਹੋਏਗਾ, ਐਬਸੈਂਟ, ਦੈਟ ਮੀਨਸ ਵਾਈ ਦੀ ਵੈਲਿਊ ਨੂੰ ਆਪਾਂ 0 ਪੁੱਟ ਕਰਾਂਗੇ। ਵਾਈ 0 ਪੁੱਟ ਕਰਨ ਦੇ ਨਾਲ ਤਾਂ ਐਕਸ ਮਾਈਨਸ ਵਾਈ ਇਜ਼ ਇਕਵਸ ਟੂ 0, ਦੈਟ ਮੀਨਸ ਐਕਸ ਇਜ਼ ਇਕਵਸ ਟੂ ਵਾਈ ਆ ਜਾਏਗਾ। ਠੀਕ ਹੈ, ਤਾਂ ਜਿੰਨੀ ਡਿਸਪਲੇਸਮੈਂਟ ਐਕਸ ਹੋਈ ਹੈ ਉਨੀ ਆਪਣੇ ਕੋਲ ਡਿਸਪਲੇਸਮੈਂਟ ਵਾਈ ਹੋਏਗੀ। ਸਪੋਜ਼ P1 ਨੇ ਡਿਸਪਲੇਸਮੈਂਟ ਆਪਣੇ ਕੋਲ 2 ਮੀਟਰ ਜਾਂ 2 ਸੈਂਟੀਮੀਟਰ ਕੀਤੀ ਹੈ, ਤਾਂ P2 ਵੀ ਉਨਾ ਹੀ ਆਪਣੇ ਕੋਲ ਕੀ ਹੈ ਡਿਸਪਲੇਸ ਹੋਏਗਾ। ਇਹ ਤਾਂ ਹੈਗੇ ਇਨ ਫੇਜ਼ ਮੋਡ। ਆਊਟ ਆਫ ਫੇਜ਼ ਮੋਡ ਦੇ ਵਿੱਚ ਕੀ ਹੈ, ਵਾਈ ਮੋਡ ਹੈ ਜਿਹੜੀ ਐਗਜ਼ੀਕਿਊਟ ਹੋਏਗੀ ਅਤੇ ਐਕਸ ਮੋਡ ਆਪਣੇ ਕੋਲ ਐਬਸੈਂਟ ਹੋਏਗੀ। ਤਾਂ ਇੱਥੇ ਆਪਾਂ ਐਕਸ ਨੂੰ 0 ਪੁੱਟ ਕਰਾਂਗੇ ਤਾਂ ਐਕਸ ਪਲੱਸ ਵਾਈ ਇਜ਼ ਇਕਵਸ ਟੂ ਕੀ ਆ ਗਿਆ 0, ਦੈਟ ਮੀਨਸ ਐਕਸ ਇਜ਼ ਇਕਵਸ ਟੂ ਮਾਈਨਸ ਆਫ ਵਾਈ। ਠੀਕ ਹੈ, ਅਗਰ P1 ਪੈਂਡੂਲਮ 2 ਸੈਂਟੀਮੀਟਰ ਡਿਸਪਲੇਸ ਕਰ ਰਿਹਾ ਹੈ ਤਾਂ P2 ਪੈਂਡੂਲਮ ਮਾਈਨਸ 2 ਸੈਂਟੀਮੀਟਰ ਡਿਸਪਲੇਸ ਕਰੇਗਾ। ਦੈਟ ਮੀਨਸ ਦੋਨੋਂ ਕੀ ਹੋਣਗੇ, ਅਪੋਜ਼ਿਟ ਹੋਣਗੇ, ਤਾਂ ਉਸ ਨੂੰ ਆਪਾਂ ਕਹਾਂਗੇ ਅਪੋਜ਼ਿਟ ਆਊਟ ਆਫ ਫੇਜ਼ ਮੋਡ। ਸ਼ੇਪ ਔਰ ਕੌਨਫੀਗਰੇਸ਼ਨ ਕੀ ਹੈ, ਜਿਹੜੀ ਐਕਸ ਅਤੇ ਵਾਈ ਆਪਾਂ ਕੀਤੇ ਆ ਉਹਨਾਂ ਦੋਨਾਂ ਦੀ ਜਿਹੜੀ ਰੇਸ਼ੋ ਹੈ, ਦੈਟ ਮੀਨਸ ਡਿਸਪਲੇਸਮੈਂਟ ਦੀ ਜਿਹੜੀ ਰੇਸ਼ੋ ਹੈ ਉਹ ਤੁਹਾਡੇ ਕੋਲ ਕੀ ਹੈ ਸ਼ੇਪ ਜਾਂ ਕੌਨਫੀਗਰੇਸ਼ਨ ਹੈਗੀ ਹੈ ਮੋਡ ਦੀ। ਉਸ ਦੀ ਵੈਲਿਊ ਆਪਣੇ ਕੋਲ +1 ਅਤੇ -1 ਹੋਏਗੀ। +1 ਹੋਏਗੀ ਇਨ ਫੇਜ਼ ਮੋਡ ਦੇ ਵਿੱਚ ਅਤੇ -1 ਹੋਏਗੀ ਆਊਟ ਆਫ ਫੇਜ਼ ਮੋਡ ਦੇ ਵਿੱਚ। ਨੈਕਸਟ ਹੈਗੇ ਇਜ਼ ਸੋਲਿਊਸ਼ਨ ਅਗਰ ਆਪਾਂ ਇਨ ਫੇਜ਼ ਦੀ ਗੱਲ ਕਰੀਏ ਤਾਂ ਇਨ ਫੇਜ਼ ਦੇ ਵਿੱਚ x ਇਜ਼ ਇਕਵਲ ਟੂ a1 cos ω1 t -φ1 ਆਏਗਾ ਅਤੇ y ਦੇ ਕੇਸ ਦੇ ਵਿੱਚ a1 cos ω1 t -φ1 ਆਏਗਾ। ਕੈਪੀਟਲ ਐਕਸ ਦੈਟ ਮੀਨਸ ਦੋਨਾਂ ਨੂੰ ਐਡ ਕਰ ਦਾਂਗੇ। ਐਡ ਕਰਨ ਤੋਂ ਬਾਅਦ 2a1 ਹੈ ਜਿਹੜਾ ਐਂਪਲੀਟਿਊਡ ਉਸ ਨੂੰ ਆਪਾਂ ਕੀ ਪੁੱਟ ਕਰਾਂਗੇ, x0 ਪੁੱਟ ਕਰਾਂਗੇ। ਠੀਕ ਹੈ, ਆਊਟ ਆਫ ਫੇਜ਼ ਦੇ ਲਈ ਆਪਾਂ x ਅਤੇ y ਦੀ ਵੈਲਿਊ ਲੈ ਕੇ ਚੱਲੇ ਹਾਂ, ਉਹਨਾਂ ਨੂੰ ਆਪਾਂ x -y ਕਰਾਂਗੇ। ਉਸ ਤੋਂ ਬਾਅਦ 2a2 ਆ ਗਿਆ ਜਿਹੜਾ ਮੈਕਸੀਮਮ ਵੈਲਿਊ ਆਫ y ਹੈ ਜਿਹੜੀ, ਉਸ ਨੂੰ ਆਪਾਂ y0 ਪੁੱਟ ਕਰ ਦਾਂਗੇ। ਉਸ ਤੋਂ ਬਾਅਦ ਹੈਗੇ ਜਰਨਲ ਐਕਸਪ੍ਰੈਸ਼ਨ ਡਿਸਪਲੇਸਮੈਂਟ ਦੇ ਲਈ। ਕੈਪੀਟਲ ਐਕਸ ਮੀਨਸ x ਪਲੱਸ y ਹੈ ਅਤੇ ਕੈਪੀਟਲ ਵਾਈ ਮੀਨਸ x ਮਾਈਨਸ y ਹੈ। ਤਾਂ ਸਮੋਲ ਐਕਸ ਇਜ਼ ਇਕਵਲ ਟੂ ਕਿਸ ਦੇ ਇਕੁਅਲ ਆਏਗਾ, ਕੈਪੀਟਲ ਐਕਸ ਪਲੱਸ ਵਾਈ ਅਪਨ 2 ਦੇ। ਇੱਥੇ ਆਪਾਂ ਜਿਹੜੀ ਲਾਸਟ ਸੈਕਸ਼ਨ ਦੇ ਵਿੱਚ ਕੈਪੀਟਲ ਐਕਸ ਅਤੇ ਵਾਈ ਦੀ ਵੈਲਿਊ
कैलकुलेट की वो पुट करांगे तो अपने को स्मॉल एक्स ते स्मॉल वाई की वैल्यू आ जाएगी। नैक्सट है एक्सचेंज ऑफ एनर्जी बिटवीन इंडिविजुअल पेंडुलम। दो पेंडुलम दे विच एनर्जी एक्सचेंज हो रही है, उत्थे आपां जंक्शन की लैके चलांगे भी φ1 ते जिहड़ा φ2 आ उसनूं आपां की पुट करना है 0 पुट करना है, A1 ते A2 नूं आपां पुट करना है A। तो स्मॉल एक्स की वैल्यू आ गई, ठीक है। इत्थे आपां फार्मूला लगावांगे, फार्मूला लगाउण तो बाद इसकी वैल्यू आ जाएगी A1 cos ओमेगा AT ते स्मॉल वाई की वैल्यू आ जाएगी A2 sin ओमेगा AT। अगर आपां एक्स के केस दे विच गल करिए तो कॉस आ गया, दैट मीनस ये मैक्सीमम वैल्यू तो स्टार्ट होएगा इसका ग्राफ, तो एज दे विच वाई के केस दे विच अपने को की है मिनीमम वैल्यू तो स्टार्ट होके जाएगा। एज की मैक्सीमम वैल्यू कितने तक जाएगी, ओमेगा एम तक जाएगी। पूरी तो वैल्यू है 2a अपने को, ठीक है, तो मैक्सीमम कितने है ओमेगा एम के उपर। नैक्सट है मैथामैटिकली प्रूव करना है आपां एनर्जी के केस दे विच। दो पेंडुलम है, दोनों पेंडुलम के विचकार अगर अपने को लिंक मन के चलीए भी वो की है वेरी वीक है, तो स्प्रिंग दे विच कोई एनर्जी स्टोर नहीं होएगी, ठीक है। तो अपने को की है जिहड़े बीट एंपलीट्यूड है या मॉड्यूलेटेड एंपलीट्यूड है, दैट मीनस 2a cos ओमेगा एम टी तो 2a sin ओमेगा एम टी, उसनूं आपां की लैके चलांगे भी कॉन्सटेंट रहणगे हर एक साइकिल के उपर। तो एनर्जी है जिहड़ी हारमोनिक ऑसीलेटर की उसनूं आपां लिखांगे U = 1/2 m ओमेगा स्केयर A स्केयर। A अपने को एंपलीट्यूड है, ओमेगा अपने को फ्रीक्वेंसी है। अगर P1 के केस की गल करिए तो कैपिटल A की वैल्यू है 2a cos ओमेगा एम टी। पेंडुलम P2 के केस के कैपिटल A की वैल्यू हैगी अपने को 2a sin ओमेगा एम टी। तो U1 की वैल्यू आप लिख सकते हैं 1/2 m ओमेगा A स्केयर A1 स्केयर। इत्थे आप A1 हैगा जिहड़ा उहदी वैल्यू पुट करांगे, दैन U1 की वैल्यू आ जाएगी। U2 के केस दे विच भी वैल्यू आ जाएगी। टोटल करांगे एनर्जी का कपल्ड सिस्टम के लिए तो U0 किस दे इक्वल आ जाएगा 2m A स्केयर ओमेगा A स्केयर। U1 तो U2 आप इन द टर्म्स ऑफ U0 लिखांगे, तो U1 = U0 cos स्केयर ओमेगा m इंटू टी। तो U2 की वैल्यू की आ जाएगी U0 sin स्केयर ओमेगा एम टी। तो U0 = U1 + U2 है, दैट मीनस वो की अपने को टोटल एनर्जी कॉन्सटेंट है। तो जी कॉन्टीन्यूस एक्सचेंज हो रहा है एनर्जी का दो पेंडुलम से विचकार। उस तो बाद हैगी है नॉर्मल मोड्स के विचकार आप एनर्जी का एक्सचेंज देखना भी कोई भी एनर्जी एक्सचेंज नहीं होगा। कैपिटल एक्स से कैपिटल वाई की वैल्यू अपने को हैगी दो नॉर्मल मोड्स के लिए। तो यू एक्स की वैल्यू एक्स मोड के लिए आप लिखांगे 1/2 m ओमेगा 1 स्केयर 2a स्केयर, दैन यू एक्स = 2m A स्केयर ओमेगा 1 स्केयर। तो यू वाई की वैल्यू आ जाएगी यू एक्स से यू वाई वो वेरी नहीं कर रहे टाइम के नाल, दोनों मतलब कॉन्सटेंट क्वांटिटीज़ है। तो आप इत्थे की कहांगे दो नॉर्मल मोड्स के विचकार जिहड़ी एनर्जी एक्सचेंज उसका कोई एनर्जी एक्सचेंज नहीं होएगा। उस तो बाद तुसी करना हैगा करैक्टरिस्टिक्स ऑफ इन फेज से आउट फेज के लिए। उस तो बाद है अपने को डिग्री ऑफ फ्रीडम। डिग्री ऑफ फ्रीडम की है नंबर ऑफ इंडिपेंडेंट वेज जिस दे नाल अपना जो सिस्टम है वो एनर्जी नूं की करेगा अक्वायर करेगा। सपोज कोई सिस्टम है, कोई सिस्टम ने जिन्ने नंबर ऑफ वेज दे नाल एनर्जी नूं अक्वायर करना है तो उसनूं आपां कहांगे डिग्री ऑफ फ्रीडम। सिंपल पेंडुलम दे 2 डिग्री ऑफ फ्रीडम है बिकॉज दो टाइप्स के नाल दो फॉर्म दे विच एनर्जी अक्वायर करेगा इन द टर्म ऑफ पोटेंशियल एनर्जी एंड किनेटिक एनर्जी। ये भी तुसी खुद करोगे सिग्निफिकेंस ऑफ नॉर्मल मोड ते डिटरमिनेशन ऑफ नॉर्मल मोड। इत्थों तक तुसी अपना जिहड़ा हैगा वो सारा पढ़ना है।